ਮੇਰੇ ਫਾਦਰ ਸਾਹਿਬ ਸ਼ੁਰੂ ਤੋਂ ਹੀ ਮੇਰੇ ਲਈ ਇੱਕ ਬਹੁਤ ਜ਼ਿਆਦਾ ਵੈਲਿਊਏਬਲ ਪਰਸਨ ਰਹੇ ਹਨ। ਸ਼ੁਰੂ ਤੋਂ ਹੀ ਬਚਪਨ ਤੋਂ ਹੀ ਅਸੀਂ ਉਹਨਾਂ ਨੂੰ ਅੰਤ ਤੱਕ ਮਿਹਨਤ ਕਰਦੇ ਹੋਏ ਦੇਖਿਆ ਹੈ। ਜਿਸ ਤਰ੍ਹਾਂ ਪਹਿਲਾਂ ਸੁਣੀਦਾ ਸੀ, ਜਦੋਂ ਪੜ੍ਹਦੇ ਸੀ ਤਾਂ 18 20 ਘੰਟੇ ਸਟਰੀਟ ਲਾਈਟਾਂ ਵਿੱਚ ਹੀ ਪੜ੍ਹਦੇ ਰਹਿੰਦੇ ਸੀ। ਫਿਰ ਜੁਡੀਸ਼ਰੀ ਦੇ ਐਗਜ਼ਾਮ ਵੇਲੇ ਮੈਂ ਆਪਣੇ ਅੱਖੀ ਉਹਨਾਂ ਨੂੰ 22 ਘੰਟੇ ਮਿਹਨਤ ਕਰਦੇ ਹੋਏ ਦੇਖਿਆ ਹੈ। ਉਸ ਤੋਂ ਪਿੱਛੋਂ ਹੁਣ ਇੰਨੇ ਵੱਡੇ ਫੇਮਸ ਨੋਵਲਿਸਟ ਬਣਨ ਤੋਂ ਬਾਅਦ ਵੀ ਸੁਬਹ 4 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਕੰਟੀਨਿਊਸਲੀ ਕੰਮ ਕਰਦੇ ਦੇਖਿਆ ਹੈ। ਸੋ ਜ਼ਿੰਦਗੀ ਦੇ ਫਲਸਫੇ ਉਹਨਾਂ ਨੇ ਸਾਨੂੰ ਬਹੁਤ ਚੰਗੀ ਤਰ੍ਹਾਂ ਸਿਖਾ ਦਿੱਤੇ, ਪੜ੍ਹਾ ਦਿੱਤੇ ਤੇ ਦਿਖਾ ਦਿੱਤੇ। ਸ਼ੁਰੂ ਤੋਂ ਹੀ ਉਹਨਾਂ ਨੇ ਮੈਨੂੰ ਬਚਪਨ ਤੋਂ ਹੀ ਇੱਕ ਫਰੈਂਡ ਵਾਂਗੂ, ਫਿਲਾਸਫਰ ਵਾਂਗੂ ਗਾਈਡ ਕੀਤਾ ਹੈ। ਕਦਮ ਕਦਮ ਤੇ ਉਹਨਾਂ ਨੇ ਮੇਰਾ ਸਾਥ ਦਿੱਤਾ ਹੈ, ਮੈਨੂੰ ਗਾਈਡ ਕੀਤਾ ਹੈ। ਡਿਸਟ੍ਰਿਕਟ ਅਟਾਰਨੀ ਹੁੰਦੇ ਹੋਏ ਵੀ ਮੈਂ ਉਹਨਾਂ 'ਚ ਕਦੇ ਕਮਾਂਡ ਨਹੀਂ ਦੇਖਿਆ। ਉਹਨਾਂ ਨੇ ਗਰੀਬਾਂ ਦੀ ਮਦਦ ਇਸ ਤਰ੍ਹਾਂ ਕੀਤੀ ਹੈ ਕਿ ਲੈਟ ਨੋਟ ਦ ਲੈਫਟ ਹੈਂਡ ਨੋਸ ਵਟ ਦ ਰਾਈਟ ਹੈਂਡ ਗਿਵਸ। ਬਿਨਾਂ ਕਿਸੇ ਨੂੰ ਦੱਸੇ ਉਹਨਾਂ ਨੇ ਨੀਡੀ ਪੀਪਲ ਦੀ ਤੇ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਸਨ ਉਹਨਾਂ ਨੂੰ ਬਿਨਾਂ ਦੱਸੇ ਉਹਨਾਂ ਦੀ ਪੈਸਿਆਂ ਨਾਲ, ਹੋਰ ਜਾਨੀ ਮਾਲੀ ਜਿਸ ਤਰ੍ਹਾਂ ਦੀ ਵੀ ਲੋੜ ਸੀ ਉਹਨਾਂ ਨੂੰ ਉਸ ਤਰ੍ਹਾਂ ਮਦਦ ਕੀਤੀ ਹੈ, ਪਰ ਅਗਲੇ ਨੂੰ ਪਤਾ ਵੀ ਲੱਗਣ ਨਹੀਂ ਦਿੱਤਾ। ਉਹਨਾਂ ਨੇ ਜ਼ਿੰਦਗੀ ਦੇ ਉਤਾਰ ਚੜ੍ਹਾਅ ਬਹੁਤ ਦੇਖੇ ਹਨ, ਬਟ ਹੀ ਨੈਵਰ ਗਿਵਨ ਅਪ। ਉਹਨਾਂ ਨੇ ਮੈਨੂੰ ਆਸਥੈਟਿਕ, ਸਪਿਰਿਚੁਅਲ, ਮੋਰਲ, ਕਲਚਰਲ ਹਰ ਤਰ੍ਹਾਂ ਦੀ ਵੈਲਿਊ ਸਿਖਾਈਆਂ ਹਨ। ਉਹਨਾਂ ਦੀ ਮੈਂ ਬਹੁਤ ਵੱਡੀ ਦੇਣਦਾਰ ਹਾਂ। ਉਹਨਾਂ ਦਾ ਅਹਿਸਾਨ ਮੈਂ ਨਹੀਂ ਚੁਕਾ ਸਕਦੀ ਤੇ ਉਹਨਾਂ ਵਰਗੀ ਤਾਂ ਮੈਂ ਚਾਹ ਕੇ ਵੀ ਨਹੀਂ ਬਣ ਸਕਦੀ ਇਸ ਤਰ੍ਹਾਂ ਜ਼ਿੰਦਗੀ 'ਚ। ਗੋਡ ਬਲੈਸ ਹਿਮ ਤੇ ਸਾਡੇ ਵਿੱਚ ਐਵੇਂ ਰਹਿਣ ਉਹ ਤੇ ਸਾਡਾ ਉਹਨਾਂ ਦਾ ਸਾਇਆ ਸਾਡੇ ਸਾਰਿਆਂ ਤੇ ਇਸ ਤਰ੍ਹਾਂ ਹੀ ਬਣਿਆ ਰਵੇ। I am son-in-law of Shri M.S. Goyal. What I know about him is that he is a very hardworking person and bears very good moral character. He always try to help each and everybody what he can do. May God bless him. My Nano is my role model as he is hardworking, laborious, gentle. He teaches us abstract maths in a simpler and interesting manner. As he is gold medalist in mathematics, my mother told me that he worked hard to get his success and sat under street lights for many hours. May God bless him. ਭਾਸ਼ਾ ਵਿੱਚ ਸਾਹਿਤਕ ਕਲਾਕਾਰੀ ਹੋਣ ਕਾਰਨ ਅਤੇ ਕਾਨੂੰਨ ਦੀ ਚੋਖੀ ਸਮਝ ਸਦਕਾ ਸਰਕਾਰੀ ਪੁਲਿਸ ਅਕੈਡਮੀਆਂ ਸਮੇਂ-ਸਮੇਂ ਤੇ ਮਿੱਤਰ ਸੈਨ ਮੀਤ ਤੋਂ ਮੁੱਲਵਾਨ ਪ੍ਰੋਜੈਕਟ ਤਿਆਰ ਕਰਵਾਉਂਦੀਆਂ ਰਹੀਆਂ ਹਨ। ਮੈਂ ਡੀਸੀ ਸਾਹਿਬ ਲੁਧਿਆਣਾ ਜੀ ਦੇ ਦਫ਼ਤਰ ਵਿੱਚ ਕੰਮ ਕਰ ਰਿਹਾ। ਸਰਕਾਰੀ ਕੰਮਾਂ ਦੇ ਸੰਬੰਧ ਵਿੱਚ ਡੀਏ ਸਾਹਿਬ ਕੋਲ ਜਾਂਦਾ ਰਹਿੰਦਾ ਸੀਗਾ। ਪਿਛਲੇ ਕਰੀਬ 5-6 ਸਾਲਾਂ ਤੋਂ ਮੀਤ ਸਾਹਿਬ ਨੂੰ ਜਾਣਦਾ। ਮਾਨਯੋਗ ਸੁਪਰੀਮ ਕੋਰਟ ਅਤੇ ਵੱਖ-ਵੱਖ ਹਾਈ ਕੋਰਟਾਂ ਵੱਲੋਂ ਬਹੁਤ ਸਾਰੇ ਇੱਦਾਂ ਦੇ ਫੈਸਲੇ ਸੁਣਾਏ ਜਾਂਦੇ ਨੇ ਜਿਨ੍ਹਾਂ ਵਿੱਚ ਦੋਸ਼ੀਆਂ ਨੂੰ ਵੱਧੋ ਵੱਧ ਸਜ਼ਾ ਦੇਣ ਦੇ ਨਿਯਮ ਘੜੇ ਹੁੰਦੇ ਨੇ। ਮੁਲਜ਼ਮਾਂ ਦੀ ਪੈਰਵਾਈ ਪ੍ਰਾਈਵੇਟ ਵਕੀਲਾਂ ਵੱਲੋਂ ਕੀਤੀ ਜਾਂਦੀ ਹੈ ਅਤੇ ਪੈਰਵਾਈ ਬਦਲੇ ਉਹ ਮੋਟੀਆਂ ਰਕਮਾਂ ਲੈਂਦੇ ਨੇ। ਉੱਚ ਅਦਾਲਤਾਂ ਦੇ ਫੈਸਲੇ ਜਿਹੜੇ ਨੇ ਛਾਪਣ ਵਾਲੇ ਜਰਨਲ ਅਤੇ ਹੋਰ ਪੁਸਤਕਾਂ ਵਿੱਚ ਬਹੁਤ ਅਜਿਹੇ ਕੇਸ ਹੁੰਦੇ ਨੇ ਜਿਹੜੇ ਮੁਲਜ਼ਮਾਂ ਦੇ ਹੱਕ ਵਿੱਚ ਹੁੰਦੇ ਨੇ, ਜਿਹਦੇ ਕਾਰਨ ਪੀੜਤ ਜਿਹੜੇ ਪਰਿਵਾਰ ਹੁੰਦੇ ਨੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਉਹਨਾਂ ਦਾ ਸਹੀ ਪੱਖ ਸਾਹਮਣੇ ਨਹੀਂ ਰੱਖਿਆ ਜਾਂਦਾ। ਦੋਸ਼ੀ ਜਿਹੜੇ ਨੇ ਸੰਗੀਨ ਜੁਰਮਾਂ ਵਿੱਚੋਂ ਬਰੀ ਹੋ ਜਾਂਦੇ ਨੇ। ਮੀਤ ਸਾਹਿਬ ਨੇ ਆਪਣੀ ਸਰਵਿਸ ਦੇ ਦੌਰਾਨ ਬਹੁਤ ਸਾਰੇ ਅਜਿਹੇ ਕੇਸ ਇਕੱਠੇ ਕੀਤੇ ਨੇ ਜਿਹੜੇ ਪੀੜਤ ਧਿਰਾਂ ਦੇ ਹੱਕ ਵਿੱਚ ਫੈਸਲੇ ਹੋਏ ਨੇ। ਇਹਨਾਂ ਦਾ ਜਿਹੜਾ NPA ਨੇ, ਨੈਸ਼ਨਲ ਪੁਲਿਸ ਅਕੈਡਮੀ ਹੈ, ਉਹਨਾਂ ਨੇ ਇਹਨਾਂ ਨੂੰ ਇੱਕ ਬਹੁਤ ਹੀ ਇੰਪੋਰਟੈਂਟ ਕੰਮ ਦਿੱਤਾ ਸੀਗਾ ਜਿਹਦੇ ਵਿੱਚ ਇਹਨਾਂ ਨੂੰ ਸਾਰੇ ਇਹਨਾਂ ਨੇ ਫੈਸਲੇ ਕੰਪਾਈਲ ਕਰਕੇ ਇੱਕ ਇਹਨਾਂ ਨੇ ਕਿਤਾਬ ਲਿਖੀ ਹੈ। ਤੇ ਇਹ ਕੰਮ ਬਾਰੇ ਜਦੋਂ ਮੈਨੂੰ ਪਤਾ ਲੱਗਾ ਵੀ ਮੀਤ ਸਾਹਿਬ ਨੇ ਇਹ ਕੰਮ ਆਪਦੇ ਹੱਥੇ ਲਿਆ, ਵੀ ਇਹਨਾਂ ਨੇ ਇੱਕ ਤਰ੍ਹਾਂ ਇਹ ਲੋਕ ਹਿੱਤ ਦਾ ਕੰਮ ਹੈ, ਮੈਂ ਇਹਨਾਂ ਨੂੰ ਆਪਣੀਆਂ ਉਦੋਂ ਸਰਵਿਸਿਜ਼ ਆਫਰ ਕੀਤੀਆਂ ਨੇ। ਬਹੁਤ ਵੱਡਾ ਕੰਮ ਸੀਗਾ ਜੀ ਇਹ। ਉਹਨਾਂ ਵੱਲੋਂ ਕਰੀਬ 500 ਕੇਸ ਇਕੱਠਾ ਕੀਤਾ ਗਿਆ
ਜਿਹਦੇ ਵਿੱਚ ਇਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਹੈ। ਸਾਰੇ ਵੱਖ-ਵੱਖ ਧਾਰਾਵਾਂ ਨਾਲ, ਵੱਖ-ਵੱਖ ਕਾਨੂੰਨਾਂ ਨਾਲ ਸੰਬੰਧਿਤ ਕੇਸ ਸੀਗੇ ਇਹ, ਤੇ ਉੱਚ ਅਦਾਲਤਾਂ ਵੱਲੋਂ ਇਹਨਾਂ ਨੇ ਜਿਹੜੇ ਕੇਸ ਆਏ ਸਾਰੇ ਇੱਕ ਕਿਤਾਬ ਦੀ ਸ਼ੇਪ ਦੇ ਵਿੱਚ ਕੰਪਾਈਲ ਕਰਕੇ ਇਹਨਾਂ ਨੇ ਇਹਨੂੰ ਅੱਜ ਕੰਮ ਨੂੰ ਨੇਪਰੇ ਚਾੜਿਆ। ਕਿਸੇ ਵੇਲੇ ਕਈ ਵਾਰੀ ਮੈਂ ਆਪਣੇ ਨਿੱਜੀ ਜਿਹੜੇ ਰੁਝੇਵਿਆਂ ਕਰਕੇ ਅਤੇ ਦਫ਼ਤਰ ਵਿੱਚ ਕਈ ਵਾਰੀ ਬਹੁਤ ਜ਼ਿਆਦਾ ਰੁੱਝੇ ਹੋਣ ਕਰਕੇ ਇਹਨਾਂ ਦਾ ਸਾਥ ਦੇਣ ਤੋਂ ਪਿੱਛੇ ਰਹਿ ਜਾਂਦਾ ਸੀਗਾ। ਇਹ ਵੀ ਕਈ ਵਾਰੀ ਸਾਹ ਛੱਡ ਜਾਂਦੇ ਸੀਗੇ ਵੀ ਹੁਣ ਇਹ ਕੰਮ ਸਿਰੇ ਨਹੀਂ ਚੜਨਾ। ਫਿਰ ਅਸੀਂ ਇੱਕ ਦੂਜੇ ਨੂੰ ਆ ਕੇ ਸਮਝਾ ਲੈਂਦੇ ਸੀਗੇ, ਆਪਸ ਵਿੱਚ ਸਾਡਾ ਤਾਲਮੇਲ ਵਧੀਆ ਰਿਹਾ। ਇਹ ਵੀ ਥਾਪੀ ਫੇਰ ਦਿੰਦੇ ਸੀਗੇ ਹੱਥ ਤੇ ਵੀ ਕੋਈ ਗੱਲ ਨਹੀਂ, ਤੇਰੇ ਕਰਕੇ ਹੀ ਹੋਈ ਜਾਂਦਾ ਸਾਰਾ। ਇਹ ਕੰਮ ਫਿਰ ਸ਼ੁਰੂ ਹੋਣ ਲੱਗ ਪੈਂਦਾ ਸੀਗਾ। ਇਸ ਕੰਮ ਨੂੰ ਸਾਨੂੰ ਤਕਰੀਬਨ ਜੋ ਇਹਨਾਂ ਨੇ ਮੇਰੇ ਨਾਲ, ਮੈਂ ਇਹਨਾਂ ਨਾਲ ਕਟਾਏ ਨੇ, ਤਕਰੀਬਨ 6 ਮਹੀਨੇ ਸਾਨੂੰ ਲੱਗ ਗਏ। ਦਫ਼ਤਰੀ ਕੰਮ ਤੋਂ ਬਾਅਦ ਅਸੀਂ 5 ਘੰਟੇ 6 ਘੰਟੇ ਰੋਜ਼ ਦੇ ਮੈਂ ਇਹਨਾਂ ਨਾਲ ਲਵਾਉਂਦਾ ਸੀਗਾ। ਜੋ ਮੈਨੂੰ ਜਿੱਦਾਂ ਇਹਨਾਂ ਨੂੰ ਪਤਾ ਲੱਗਿਆ ਮੈਨੂੰ ਇਹਨਾਂ ਬਾਰੇ ਵੀ ਇਹ ਸਵੇਰੇ 2 ਵਜੇ ਉੱਠ ਕੇ 3 ਵਜੇ ਉੱਠ ਕੇ ਇਸ ਕੰਮ ਤੇ ਲੱਗੇ ਰਹਿੰਦੇ ਸੀਗੇ। ਸਾਰਾ ਇਹਨਾਂ ਨੇ ਸੈਟਿੰਗ ਕਰਨੀ, ਅਲੱਗ-ਅਲੱਗ ਛਾਂਟ ਕਰਨੀ, ਵਿੱਚ ਉਹਦੀ ਕਰੀਬ 400-500 ਪੇਜ ਦਾ ਕੰਮ ਤਾਂ ਮੈਂ ਇਹਨਾਂ ਨਾਲ ਕਰਵਾਇਆ। ਓਵਰਆਲ ਇਹਨਾਂ ਦਾ ਬਹੁਤ ਸ਼ਲਾਘਾਯੋਗ ਕਦਮ ਹੈ ਇਹ। ਇੱਕ ਮੀਤ ਜੀ, ਨੈਸ਼ਨਲ ਪੁਲਿਸ ਅਕੈਡਮੀ ਹੈਦਰਾਬਾਦ ਨੇ ਜੀ ਤੁਹਾਨੂੰ ਕੋਈ ਰਿਸਰਚ ਪ੍ਰੋਜੈਕਟ ਹੈ, ਉਸ ਰਿਸਰਚ ਪ੍ਰੋਜੈਕਟ ਬਾਰੇ ਵੀ ਸਾਨੂੰ ਕੁਝ ਦੱਸੋ। ਹਾਂ, ਇਹ ਜਿਹੜੇ ਮੇਰੇ ਜਿਵੇਂ ਪਹਿਲਾਂ ਵੀ ਆਪਾਂ ਗੱਲ ਕਰੀਏ, ਇਹ ਪ੍ਰੋਜੈਕਟ ਨੇ, ਨਾਵਲ ਨੇ ਜਿਹੜੇ, ਇਹ ਫੌਜਦਾਰੀ ਨਿਆਂ ਪ੍ਰਬੰਧ ਤੇ ਕੇਂਦਰਿਤ ਹੋਣ ਕਾਰਨ ਉਹਨਾਂ ਨੇ, ਖੁਸ਼ੀ ਦੀ ਗੱਲ ਇਹ ਹੈ ਵੀ ਚੌਥਾ ਨਾਵਲ ਜਿਹੜਾ ਕੌਰਵ ਸਭਾ ਹੈ, ਜਿਹੜਾ ਫੌਜਦਾਰੀ ਨਿਆਂ ਪ੍ਰਬੰਧ ਦੇ ਉੱਤੇ ਹੀ ਕੇਂਦਰਿਤ ਹੈ, ਉਸ ਨੂੰ ਵੀ ਉਹਨਾਂ ਨੇ ਇੰਗਲਿਸ਼ ਦੇ ਵਿੱਚ ਅਨੁਵਾਦ ਕਰਕੇ ਆਪਣੇ ਖਰਚੇ ਦੇ ਉੱਤੇ ਛਾਪਿਆ। ਔਰ ਉੱਥੋਂ ਦੀ ਟ੍ਰੇਨਿੰਗ ਨੇ ਜਿਹੜੇ IPS ਆਫੀਸਰ ਟ੍ਰੇਨਿੰਗ ਲੈਂਦੇ ਆ ਉੱਥੇ, ਉਹਨਾਂ ਦੀ ਟ੍ਰੇਨਿੰਗ ਦਾ ਵੀ ਇਸ ਨੂੰ ਹਿੱਸਾ ਬਣਾਇਆ। ਜਿੱਥੋਂ ਤੱਕ ਰਿਸਰਚ ਪ੍ਰੋਜੈਕਟ ਦੀ ਗੱਲ ਹੈ, ਉਹ ਇਹ ਜਿਹੜੀ ਨੈਸ਼ਨਲ ਪੁਲਿਸ ਅਕੈਡਮੀ ਹੈਦਰਾਬਾਦ ਹੈ, ਉਹ ਉੱਥੇ IPS ਜਿਹੜੇ ਆਫੀਸਰ ਭਰਤੀ ਹੁੰਦੇ ਆ ਉਹਨਾਂ ਨੂੰ ਮੁੱਢਲੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਤੇ ਫਿਰ IPS ਰੈਂਕ ਦੇ ਜਿਹੜੇ ਸੀਨੀਅਰ ਅਫਸਰ ਹੈ ਉਹਨਾਂ ਨੂੰ ਜੋ ਟ੍ਰੇਨਿੰਗਾਂ ਦਿੱਤੀਆਂ ਜਾਂਦੀਆਂ ਨੇ ਉਹ ਨੈਸ਼ਨਲ ਪੁਲਿਸ ਅਕੈਡਮੀ ਹੈਦਰਾਬਾਦ ਦੀ ਦਿੱਤੀਆਂ ਜਾਂਦੀਆਂ ਨੇ। ਇਸ ਕਰਕੇ ਇਹ ਜਿਹੜੀ ਇੱਕ ਸੰਸਥਾ ਹੈ, ਇਹ ਬਹੁਤ ਹੀ ਮਹੱਤਵਪੂਰਨ ਪੁਲਿਸ ਵਿਭਾਗ ਦੀ ਸੰਸਥਾ ਹੈ। ਇਹ ਖੋਜ ਵੀ ਕਰਵਾਉਂਦੀ ਰਹਿੰਦੀ ਹੈ ਪੁਲਿਸ ਦੀ ਵਰਕਿੰਗ ਨੂੰ ਸੁਧਾਰਨ ਲਈ। ਪਰ ਜਦੋਂ ਮੈਨੂੰ ਉਹਨਾਂ ਨੇ ਕੁਝ IPS ਅਫਸਰਾਂ ਨੂੰ ਲੈਕਚਰ ਦੇਣ ਲਈ ਉੱਥੇ ਬੁਲਾਇਆ ਐਜ਼ ਕੰਸਲਟੈਂਟ, ਮੈਂ ਗਿਆ ਤਾਂ ਉੱਥੇ ਮੇਰੀ ਉਹਨਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਹੋਈ ਕਿ ਜਿਹੜਾ ਕਨਵਿਕਸ਼ਨ ਰੇਟ ਹੈ, ਮੁਲਜ਼ਮਾਂ ਨੂੰ ਸਜ਼ਾ ਦੇਣ ਦੀ ਜਿਹੜੀ ਰੇਟ ਆ ਬਹੁਤ ਘੱਟ ਹੈ, ਤੇ ਉਸ ਨੂੰ ਵਧਾਇਆ ਜਾ ਸਕਦਾ ਹੈ ਜੇ ਸੁਪਰੀਮ ਕੋਰਟ ਵੱਲੋਂ ਔਰ ਮਾਨਯੋਗ ਹਾਈ ਕੋਰਟਾਂ ਵੱਲੋਂ ਦਿੱਤੇ ਗਏ ਫੈਸਲੇ ਪੁਲਿਸ ਅਫਸਰਾਂ ਦੇ ਔਰ ਸਰਕਾਰੀ ਵਕੀਲਾਂ ਦੇ ਧਿਆਨ ਵਿੱਚ ਲਿਆਂਦੇ ਜਾਣ। ਅਜਿਹੇ ਫੈਸਲੇ ਜਿਨ੍ਹਾਂ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਔਰ ਹਾਈ ਕੋਰਟਾਂ ਵੱਲੋਂ ਦੋਸ਼ੀਆਂ ਨੂੰ ਸਜ਼ਾ ਕਰਨ ਦੇ ਨਿਯਮ ਘੜੇ ਗਏ ਨੇ, ਉਹਨਾਂ ਨੂੰ ਸਜ਼ਾ ਕਰਾਉਣ ਦੇ ਲਈ ਵਰਤੇ ਜਾ ਸਕਦੇ ਨੇ। ਇਹ ਗੱਲ ਜਦੋਂ ਮੈਂ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਤਾਂ ਉਹਨਾਂ ਨੇ ਆਪਣੇ ਨਿਯਮਾਂ ਦੇ ਵਿੱਚ ਕੁਝ ਰੱਦੋ-ਬਦਲ ਕੀਤਾ, ਕਿਉਂਕਿ ਇਹ ਜ਼ਿਆਦਾ ਵਿਸ਼ਾ ਕਾਨੂੰਨ ਨਾਲ ਸੰਬੰਧਿਤ ਸੀ। ਉਹਨਾਂ ਨੇ ਕਾਨੂੰਨ ਨੂੰ ਵੀ ਮਨਜ਼ੂਰੀ ਦਿੱਤੀ ਔਰ ਮੈਨੂੰ ਇੱਕ ਵੱਡਾ ਪ੍ਰੋਜੈਕਟ ਦਿੱਤਾ ਵੀ ਤੁਸੀਂ ਮਾਨਯੋਗ ਸੁਪਰੀਮ ਕੋਰਟ ਔਰ ਹਾਈ ਕੋਰਟਾਂ ਦੇ ਫੈਸਲੇ ਲੱਭੋ, ਉਹਨਾਂ ਨੂੰ ਕੰਪਾਈਲ ਕਰੋ ਔਰ ਫਿਰ ਸਾਨੂੰ ਰਿਸਰਚ ਪ੍ਰੋਜੈਕਟ ਹੈ ਜਿਹੜਾ ਉਹ ਪੇਸ਼ ਕਰੋ। ਇਹਦੇ ਲਈ ਉਹਨਾਂ ਨੇ ਮੈਨੂੰ 3 ਲੱਖ ਰੁਪਇਆ ਮਨਜ਼ੂਰ ਵੀ ਕੀਤਾ, ਦੇ ਵੀ ਦਿੱਤੇ, ਔਰ ਮੈਂ ਪੂਰੇ 11 ਮਹੀਨੇ ਸਖਤ ਮਿਹਨਤ ਕਰਕੇ 400 ਕੇਸ ਸੁਪਰੀਮ ਕੋਰਟ ਔਰ ਮਾਨਯੋਗ ਹਾਈ ਕੋਰਟਾਂ ਦੇ ਲੱਭ ਕੇ ਇੱਕ ਰਿਸਰਚ ਕੰਮ ਕੀਤਾ ਔਰ ਮੈਂ ਆਪਣਾ ਜਿਹੜਾ ਪ੍ਰੋਜੈਕਟ ਆ ਸਬਮਿਟ ਕਰਤਾ। ਮੈਨੂੰ ਆਸ ਹੈ ਵੀ ਜਲਦੀ ਹੀ ਇਹ ਮਨਜ਼ੂਰ ਹੋ ਜਾਊਗਾ ਔਰ ਅਕੈਡਮੀ ਵੱਲੋਂ ਛਾਪਿਆ ਵੀ ਜਾਊਗਾ। ਇਸ ਨਾਲ ਜਿਹੜੇ ਮੁਲਜ਼ਮਾਂ ਦੇ ਸਜ਼ਾ ਹੋਣ ਦੇ ਜਿਹੜੇ ਚਾਂਸ ਨੇ ਉਹ ਵੱਧ ਜਾਣਗੇ ਔਰ ਇਹਦੇ ਨਾਲ ਸੁੱਖ ਸ਼ਾਂਤੀ ਹੈ ਜਿਹੜੀ ਉਹ ਸਮਾਜ ਦੇ ਵਿੱਚ ਆਉਣ ਦੇ ਜਿਹੜੇ ਮੌਕੇ ਆ ਉਹ ਵੱਧ ਸਕਦੇ ਨੇ। ਇਹ ਮੇਰਾ ਸੀਗਾ ਰਿਸਰਚ ਪ੍ਰੋਜੈਕਟ ਜਿਹੜਾ ਮੈਨੂੰ ਅਕੈਡਮੀ ਨੇ ਦਿੱਤਾ। ਮੈਂ ਮੀਰ ਸਾਹਿਬ ਨਾਲ ਕਰੀਬ 6 ਮਹੀਨੇ ਕੰਮ ਕੀਤਾ ਸੀ। ਮੀਰ ਸਾਹਿਬ ਨੂੰ ਨੈਸ਼ਨਲ ਪੁਲਿਸ ਅਕੈਡਮੀ ਹੈਦਰਾਬਾਦ ਵੱਲੋਂ ਇੱਕ ਰਿਸਰਚ ਪ੍ਰੋਜੈਕਟ ਮਿਲਿਆ ਸੀ ਜੋ ਸੁਪਰੀਮ ਕੋਰਟ ਦੇ ਕਰੀਬ 400 ਮਹੱਤਵਪੂਰਨ ਕੇਸਾਂ ਉੱਪਰ ਆਧਾਰਿਤ ਸੀ। ਇਹ ਪੂਰਾ ਕੰਮ ਕਰੀਬ 800 ਪੰਨਿਆਂ ਉੱਪਰ ਫੈਲਿਆ ਹੋਇਆ ਸੀ। ਇਸ ਪ੍ਰੋਜੈਕਟ ਦਾ ਕੁਝ ਕੰਮ ਪਹਿਲਾਂ ਸ਼੍ਰੀ ਚੇਤਨ ਖੰਨਾ ਜੀ ਵੱਲੋਂ ਕੀਤਾ ਗਿਆ ਸੀ ਤੇ ਬਾਕੀ ਦਾ ਕੰਮ ਮੇਰੇ ਜ਼ਿੰਮੇ ਸੀ।
ਮੀਤ ਸਾਹਿਬ ਦਾ ਕੰਮ ਕਰਨ ਦਾ ਤਰੀਕਾ ਬਹੁਤ ਵਧੀਆ ਸੀ। ਉਹ ਮੈਨੂੰ ਹਰ ਰੋਜ਼ ਘਰ ਬੁਲਾ ਕੇ 3-4 ਘੰਟੇ ਡਿਕਟੇਸ਼ਨ ਦਿੰਦੇ ਸਨ। ਮੇਰੇ ਆਉਣ ਤੋਂ ਪਹਿਲਾਂ ਹੀ ਉਹਨਾਂ ਨੇ ਸਾਰਾ ਹੋਮਵਰਕ ਕੀਤਾ ਹੁੰਦਾ ਸੀ, ਨੋਟਸ ਤਿਆਰ ਕੀਤੇ ਹੁੰਦੇ ਸਨ। ਫੈਸਲਿਆਂ ਦੇ ਹੇਠਾਂ ਲਾਲ, ਹਰੇ ਤੇ ਨੀਲੇ ਪੈਨ ਨਾਲ ਨਿਸ਼ਾਨ ਲਗਾਏ ਹੁੰਦੇ ਸਨ। ਮੇਰੇ ਆਉਂਦਿਆਂ ਹੀ ਕੰਮ ਸ਼ੁਰੂ ਹੋ ਜਾਂਦਾ ਸੀ। ਲਗਾਤਾਰ ਡਿਕਟੇਸ਼ਨ ਚੱਲਦੀ ਰਹਿੰਦੀ ਸੀ। ਮਹੀਨੇ 'ਚ 1-2 ਵਾਰ ਇਸ ਤਰ੍ਹਾਂ ਵੀ ਹੁੰਦਾ ਸੀ ਜਦੋਂ ਕਦੇ ਉਹਨਾਂ ਦੀ ਪੂਰੀ ਤਿਆਰੀ ਨਹੀਂ ਸੀ ਹੁੰਦੀ ਤਾਂ ਫਿਰ ਉਹ ਸਿਰਫ 5-7 ਮਿੰਟ ਹੀ ਡਿਕਟੇਸ਼ਨ ਦੇ ਸਕਦੇ ਸਨ। ਵਾਰ-ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਵੀ ਜਦੋਂ ਕੰਮ ਅੱਗੇ ਨਹੀਂ ਸੀ ਤੁਰਦਾ ਤਾਂ ਅਖੀਰ ਸਾਨੂੰ ਕੰਮ ਬੰਦ ਹੀ ਕਰਨਾ ਪੈਂਦਾ ਸੀ। ਕੰਮ ਕਰਨ ਦੇ ਸਮੇਂ ਦੌਰਾਨ ਉਹਨਾਂ ਦਾ ਮਨ ਪੂਰਾ ਇਕਾਗਰ ਹੁੰਦਾ ਸੀ। ਜੇ ਕਦੇ ਫੋਨ ਆਉਣ ਨਾਲ ਜਾਂ ਕਿਸੇ ਸੱਜਣ ਪਿਆਰੇ ਦੇ ਮਿਲਣ ਆ ਜਾਣ ਕਾਰਨ ਕੰਮ 'ਚ ਰੁਕਾਵਟ ਆ ਜਾਂਦੀ ਸੀ ਤਾਂ ਉਹਨਾਂ ਨੂੰ ਦੁਬਾਰਾ ਇਕਾਗਰਤਾ ਹਾਸਲ ਕਰਨ ਲਈ ਅੱਧਾ ਘੰਟਾ ਲੱਗ ਜਾਂਦਾ ਸੀ। ਇਸ ਲਈ ਉਹਨਾਂ ਦੀ ਇਹੋ ਕੋਸ਼ਿਸ਼ ਹੁੰਦੀ ਸੀ ਕਿ ਕੰਮ ਦੇ ਸਮੇਂ ਦੌਰਾਨ ਜਾਂ ਨਾ ਕੋਈ ਫੋਨ ਸੁਣਿਆ ਜਾਵੇ ਅਤੇ ਨਾ ਹੀ ਕੋਈ ਮੇਲ ਮਿਲਾਪ ਕੀਤਾ ਜਾਵੇ। ਉਹ ਹਮੇਸ਼ਾ ਲਗਾਤਾਰ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੇ ਸਨ। 6 ਮਹੀਨਿਆਂ ਦੌਰਾਨ 1 ਜਾਂ 2 ਦਿਨ ਹੀ ਅਜਿਹੇ ਹੋਣਗੇ ਜਿਸ ਦਿਨ ਅਸੀਂ ਕੰਮ ਨਾ ਕੀਤਾ ਹੋਵੇ। ਉਹ ਇਹ ਕਹਿੰਦੇ ਸਨ ਕਿ ਜੇ ਅਸੀਂ 1 ਦਿਨ ਲਈ ਕੰਮ ਨੂੰ ਵਿਸਾਰ ਦਈਏ ਤਾਂ ਕੰਮ ਸਾਨੂੰ 20 ਦਿਨਾਂ ਲਈ ਵਿਸਾਰ ਦਿੰਦਾ ਹੈ। ਇਸ ਲਈ ਉਹ ਕਹਿੰਦੇ ਸਨ ਕਿ ਕੰਮ ਨੂੰ ਹਮੇਸ਼ਾ ਲਗਾਤਾਰ ਕਰੋ, ਚਾਹੇ ਘੱਟ ਹੀ ਕਰੋ। ਉਹ ਇਹ ਵੀ ਕਹਿੰਦੇ ਸਨ ਕਿ ਕੰਮ ਨੂੰ ਲਗਾਤਾਰ ਮਿਹਨਤ ਅਤੇ ਲਗਨ ਨਾਲ ਕਰੋ, ਕਾਮਯਾਬੀ ਆਪੇ ਕਦਮ ਚੁੰਮੇਗੀ। ਇਹ ਗੱਲ ਸਿਰਫ ਕਹਿਣ ਦੀ ਹੀ ਨਹੀਂ, ਉਹ ਇਸ ਤਰ੍ਹਾਂ ਕਰਕੇ ਵੀ ਦਿਖਾਉਂਦੇ ਸਨ। ਉਹ ਇਹ ਵੀ ਕਹਿੰਦੇ ਸਨ ਕਿ ਆਪਣੇ ਕੰਮ ਤੇ ਮਹਾਰਤ ਹਾਸਲ ਕਰੋ। ਇਹ ਵੀ ਗੱਲ ਸਿਰਫ ਕਹਿਣ ਲਈ ਹੀ ਨਹੀਂ, ਉਹਨਾਂ ਦੀ ਆਪਣੇ ਵੀ ਹਰੇਕ ਕੰਮ ਤੇ ਕਮਾਲ ਦੀ ਮਹਾਰਤ ਹੁੰਦੀ ਹੈ। ਮੈਂ ਉਹਨਾਂ ਨਾਲ ਕੰਮ ਕਰਨ ਤੋਂ ਬਾਅਦ ਆਪਣੇ ਕੰਮਕਾਜ ਵਿੱਚ ਹੀ ਮਹਾਰਤ ਹਾਸਲ ਨਹੀਂ ਕੀਤੀ, ਸਗੋਂ ਜ਼ਿੰਦਗੀ 'ਚ ਕਾਮਯਾਬ ਹੋਣ ਲਈ ਵੀ ਗੁਰ ਸਿੱਖੇ ਹਨ। ਪਹਿਲਾਂ ਮੈਨੂੰ ਡਰਾਫਟਿੰਗ ਦੀ ਇੰਨੀ ਸੂਝ ਨਹੀਂ ਸੀ, ਮੇਰੀ ਟਾਈਪਿੰਗ ਸਪੀਡ ਵੀ ਬਹੁਤ ਘੱਟ ਸੀ, ਸੁਚੱਜੀ ਭਾਸ਼ਾ ਵੱਲ ਵੀ ਮੈਂ ਧਿਆਨ ਨਹੀਂ ਸੀ ਦਿੰਦਾ। ਹੁਣ ਮੇਰੀਆਂ ਇਹ ਸਾਰੀਆਂ ਕਮੀਆਂ ਦੂਰ ਹੋ ਗਈਆਂ ਹਨ। ਉਹਨਾਂ ਮੀਤ ਸਾਹਿਬ ਨਾਲ ਕੰਮ ਕਰਨ ਤੋਂ ਬਾਅਦ ਮੈਨੂੰ ਜੋ ਇੱਕ ਗੁਰੂ ਅਤੇ ਪਿਤਾ ਦਾ ਪਿਆਰ ਮਿਲਿਆ ਹੈ ਉਹ ਮੇਰੇ ਲਈ ਬਹੁਤ ਮੁੱਲਵਾਨ ਸੀ। ਮੈਨੂੰ ਪੂਰਾ ਯਕੀਨ ਹੈ ਕਿ ਮੈਂ ਉਹਨਾਂ ਦੀ ਨਿੱਜੀ ਜ਼ਿੰਦਗੀ ਤੋਂ ਕੁਝ ਸਿੱਖ ਕੇ ਇੱਕ ਦਿਨ ਮੈਂ ਵੀ ਉਹਨਾਂ ਵਾਂਗ ਹੀ ਜ਼ਿੰਦਗੀ ਦੀਆਂ ਕਾਮਯਾਬੀਆਂ ਨੂੰ ਛੂਹ ਲਵਾਂਗਾ। ਨੈਸ਼ਨਲ ਪੁਲਿਸ ਅਕੈਡਮੀ ਹੈਦਰਾਬਾਦ ਨੇ ਜੀ ਤੁਹਾਨੂੰ ਕੋਈ ਪ੍ਰੋਜੈਕਟ ਦਿੱਤਾ ਹੈ, ਉਸ ਰਿਸਰਚ ਪ੍ਰੋਜੈਕਟ ਬਾਰੇ ਵੀ ਸਾਨੂੰ ਕੁਝ ਦੱਸੋ। ਨਾਵਲ ਨੇ ਜਿਹੜੇ ਇਹ ਫੌਜਦਾਰੀ ਨਿਆਂ ਪ੍ਰਬੰਧ ਤੇ ਕੇਂਦਰਤ ਹੋਣ ਕਾਰਨ ਉਹਨਾਂ ਨੇ ਖੁਸ਼ੀ ਦੀ ਗੱਲ ਇਹ ਹੈ ਵੀ ਚੌਥਾ ਨਾਵਲ ਜਿਹੜਾ ਕੌਰਵ ਸਭਾ ਹੈ, ਜਿਹੜਾ ਫੌਜਦਾਰੀ ਨਿਆਂ ਪ੍ਰਬੰਧ ਦੇ ਉੱਤੇ ਹੀ ਕੇਂਦਰਿਤ ਹੈ, ਉਸ ਨੂੰ ਵੀ ਉਹਨਾਂ ਨੇ ਇੰਗਲਿਸ਼ ਦੇ ਵਿੱਚ ਅਨੁਵਾਦ ਕਰਕੇ ਆਪਣੇ ਖਰਚੇ ਦੇ ਉੱਤੇ ਛਾਪਿਆ ਔਰ ਉੱਥੋਂ ਦੀ ਟ੍ਰੇਨੀ ਨੇ ਜਿਹੜੇ IPS ਆਫੀਸਰ ਟ੍ਰੇਨਿੰਗ ਲੈਂਦੇ ਆ ਉੱਥੇ, ਉਹਨਾਂ ਦੀ ਟ੍ਰੇਨਿੰਗ ਦਾ ਵੀ ਇਸ ਨੂੰ ਹਿੱਸਾ ਬਣਾਇਆ। ਜਿੱਥੋਂ ਤੱਕ ਰਿਸਰਚ ਪ੍ਰੋਜੈਕਟ ਦੀ ਗੱਲ ਹੈ, ਉਹ ਇਹ ਜਿਹੜੀ ਨੈਸ਼ਨਲ ਪੁਲਿਸ ਅਕੈਡਮੀ ਹੈਦਰਾਬਾਦ ਹੈ, ਉਹ ਉੱਥੇ IPS ਜਿਹੜੇ ਆਫੀਸਰ ਭਰਤੀ ਹੁੰਦੇ ਆ ਉਹਨਾਂ ਨੂੰ ਮੁੱਢਲੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਫਿਰ IPS ਰੈਂਕ ਦੇ ਜਿਹੜੇ ਸੀਨੀਅਰ ਅਫਸਰ ਹੈ ਉਹਨਾਂ ਨੂੰ ਜੋ ਟ੍ਰੇਨਿੰਗਾਂ ਦਿੱਤੀਆਂ ਜਾਂਦੀਆਂ ਨੇ ਉਹ ਨੈਸ਼ਨਲ ਪੁਲਿਸ ਅਕੈਡਮੀ ਹੈਦਰਾਬਾਦ ਦੀ ਦਿੱਤੀਆਂ ਜਾਂਦੀਆਂ ਨੇ। ਇਸ ਕਰਕੇ ਇਹ ਜਿਹੜੀ ਇੱਕ ਸੰਸਥਾ ਹੈ ਇਹ ਬਹੁਤ ਹੀ ਮਹੱਤਵਪੂਰਨ ਪੁਲਿਸ ਵਿਭਾਗ ਦੀ ਸੰਸਥਾ ਹੈ। ਇਹ ਖੋਜ ਵੀ ਕਰਵਾਉਂਦੀ ਰਹਿੰਦੀ ਹੈ ਪੁਲਿਸ ਦੀ ਵਰਕਿੰਗ ਨੂੰ ਸੁਧਾਰਨ ਲਈ। ਪਰ ਜਦੋਂ ਮੈਨੂੰ ਉਹਨਾਂ ਨੇ ਕੁਝ IPS ਅਫਸਰਾਂ ਨੂੰ ਲੈਕਚਰ ਦੇਣ ਲਈ ਉੱਥੇ ਬੁਲਾਇਆ ਐਜ਼ ਕੰਸਲਟੈਂਟ, ਮੈਂ ਗਿਆ ਤਾਂ ਉੱਥੇ ਮੇਰੀ ਉਹਨਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਹੋਈ ਕਿ ਜਿਹੜਾ ਕਨਵਿਕਸ਼ਨ ਰੇਟ ਹੈ, ਮੁਲਜ਼ਮਾਂ ਨੂੰ ਸਜ਼ਾ ਦੇਣ ਦੀ ਜਿਹੜੀ ਰੇਟ ਆ ਬਹੁਤ ਘੱਟ ਹੈ ਤੇ ਉਸ ਨੂੰ ਵਧਾਇਆ ਜਾ ਸਕਦਾ ਹੈ ਜੇ ਸੁਪਰੀਮ ਕੋਰਟ ਵੱਲੋਂ ਔਰ ਮਾਨਯੋਗ ਹਾਈ ਕੋਰਟਾਂ ਵੱਲੋਂ ਦਿੱਤੇ ਗਏ ਫੈਸਲੇ ਪੁਲਿਸ ਅਫਸਰਾਂ ਦੇ ਔਰ ਸਰਕਾਰੀ ਵਕੀਲਾਂ ਦੇ ਧਿਆਨ ਵਿੱਚ ਲਿਆਂਦੇ ਜਾਣ। ਅਜਿਹੇ ਫੈਸਲੇ ਜਿਨ੍ਹਾਂ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਔਰ ਹਾਈ ਕੋਰਟਾਂ ਵੱਲੋਂ ਦੋਸ਼ੀਆਂ ਨੂੰ ਸਜ਼ਾ ਕਰਨ ਦੇ ਨਿਯਮ ਘੜੇ ਗਏ ਨੇ, ਉਹਨਾਂ ਨੂੰ ਸਜ਼ਾ ਕਰਾਉਣ ਦੇ ਲਈ ਵਰਤੇ ਜਾ ਸਕਦੇ ਨੇ। ਇਹ ਗੱਲ ਜਦੋਂ ਮੈਂ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਤਾਂ ਉਹਨਾਂ ਨੇ ਆਪਣੇ ਨਿਯਮਾਂ ਦੇ ਵਿੱਚ ਕੁਝ ਰੱਦੋ-ਬਦਲ ਕੀਤਾ ਕਿਉਂਕਿ ਜ਼ਿਆਦਾ ਵਿਸ਼ਾ ਕਾਨੂੰਨ ਨਾਲ ਸੰਬੰਧਿਤ ਸੀ। ਉਹਨਾਂ ਨੇ ਕਾਨੂੰਨ ਨੂੰ ਵੀ ਮਨਜ਼ੂਰੀ ਦਿੱਤੀ ਔਰ ਮੈਨੂੰ ਇੱਕ ਵੱਡਾ ਪ੍ਰੋਜੈਕਟ ਦਿੱਤਾ ਵੀ ਤੁਸੀਂ ਮਾਨਯੋਗ ਸੁਪਰੀਮ ਕੋਰਟ ਔਰ ਹਾਈ ਕੋਰਟਾਂ ਦੇ ਫੈਸਲੇ ਲੱਭੋ, ਉਹਨਾਂ ਨੂੰ ਕੰਪਾਈਲ ਕਰੋ ਔਰ ਫਿਰ ਸਾਨੂੰ ਰਿਸਰਚ ਪ੍ਰੋਜੈਕਟ ਹੈ ਜਿਹੜਾ ਉਹ ਪੇਸ਼ ਕਰੋ। ਇਹਦੇ ਲਈ ਉਹਨਾਂ ਨੇ ਮੈਨੂੰ 3 ਲੱਖ ਰੁਪਇਆ ਮਨਜ਼ੂਰ ਵੀ ਕੀਤਾ, ਦੇ ਵੀ ਦਿੱਤੇ ਔਰ ਮੈਂ ਪੂਰੇ 11 ਮਹੀਨੇ ਸਖਤ ਮਿਹਨਤ ਕਰਕੇ 400 ਕੇਸ ਸੁਪਰੀਮ ਕੋਰਟ ਔਰ ਮਾਨਯੋਗ ਹਾਈ ਕੋਰਟਾਂ ਦੇ ਲੱਭ ਕੇ ਇੱਕ ਰਿਸਰਚ ਕੰਮ ਕੀਤਾ ਔਰ ਮੈਂ ਆਪਣਾ ਜਿਹੜਾ ਪ੍ਰੋਜੈਕਟ ਆ ਸਬਮਿਟ ਕਰਤਾ। ਮੈਨੂੰ ਆਸ ਹੈ ਵੀ ਜਲਦੀ ਹੀ ਇਹ ਮਨਜ਼ੂਰ ਹੋ ਜਾਊਗਾ ਔਰ ਅਕੈਡਮੀ ਵੱਲੋਂ ਛਾਪਿਆ ਵੀ ਜਾਊਗਾ। ਇਸ ਨਾਲ ਜਿਹੜੇ ਮੁਲਜ਼ਮਾਂ ਦੇ ਸਜ਼ਾ ਹੋਣ ਦੇ ਜਿਹੜੇ ਚਾਂਸ ਨੇ ਉਹ ਵੱਧ ਜਾਣਗੇ ਔਰ ਇਹਦੇ ਨਾਲ ਸੁੱਖ ਸ਼ਾਂਤੀ ਹੈ ਜਿਹੜੀ ਉਹ ਸਮਾਜ ਦੇ ਵਿੱਚ
ਆਉਣ ਦੇ ਜਿਹੜੇ ਮੌਕੇ ਆ ਉਹ ਵੱਧ ਸਕਦੇ ਨੇ। ਇਹ ਮੇਰਾ ਸੀਗਾ ਰਿਸਰਚ ਪ੍ਰੋਜੈਕਟ ਜਿਹੜਾ ਮੈਨੂੰ ਅਕੈਡਮੀ ਨੇ ਦਿੱਤਾ। ਜ਼ਿਲ੍ਹਾ ਅਟਾਰਨੀ ਲੁਧਿਆਣਾ ਦਾ ਇਹ ਕਮਰਾ, ਜਿਸ ਤੇ ਕਦੇ ਮਿੱਤਰ ਸੈਨ ਮੀਤ ਦੇ ਨਾਂ ਦੀ ਪਲੇਟ ਹੁੰਦੀ, ਸਾਹਿਤਕਾਰ ਮਿੱਤਰ ਸੈਨ ਮੀਤ ਨੇ ਜ਼ਿਲ੍ਹਾ ਅਟਾਰਨੀ ਦੇ ਤੌਰ ਤੇ ਲਗਭਗ 4.5 ਸਾਲ ਦਾ ਸਮਾਂ ਇਸ ਕਮਰੇ ਵਿੱਚ ਬਿਤਾਇਆ ਤੇ ਆਪਣੇ ਸਟਾਫ ਨੂੰ ਅਲੱਗ ਹੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ। ਰਾਜ ਰਾਣੀ ਗਾਬਾ ਜੀ ਮਿੱਤਰ ਸੈਨ ਮੀਤ ਨਾਲ ਜਦੋਂ ਉਹ ਡਿਸਟ੍ਰਿਕਟ ਅਟਾਰਨੀ ਜਨਰਲ ਸੀ, ਉਹਨਾਂ ਨਾਲ ਐਜ ਏ ਸਟੈਨੋ ਉਹਨਾਂ ਨੇ ਕੰਮ ਕੀਤਾ। ਮੈਂ ਪਹਿਲਾਂ ਟਾਈਪਰਾਈਟਰ 'ਤੇ ਕੰਮ ਕਰਦੀ ਸੀ, ਜਿਸ ਨਾਲ ਕੰਮ ਵਿੱਚ ਕਾਫੀ ਮੁਸ਼ਕਿਲ ਆਉਂਦੀ ਸੀ। ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਪ੍ਰਿੰਟਰ ਕੰਪਿਊਟਰ ਲੈ ਕੇ ਦਿੱਤਾ, ਜਿਸ ਨਾਲ ਮੇਰੇ ਕੰਮ ਦੀ ਐਫੀਸ਼ੀਐਂਸੀ ਬਹੁਤ ਵੱਧ ਗਈ ਅਤੇ ਹੋਰ ਐਫੀਸ਼ੀਐਂਸੀ ਵਧਾਉਣ ਲਈ ਕੰਪਿਊਟਰ ਦੀ ਟ੍ਰੇਨਿੰਗ ਦਿਵਾਈ। ਇਸ ਨਾਲ ਮੇਰੇ ਕੰਮ ਦੀ ਐਫੀਸ਼ੀਐਂਸੀ ਵੱਧ ਗਈ ਅਤੇ ਕੰਮ ਵਿੱਚ ਜੀ ਜ਼ਿਆਦਾ ਲੱਗਣ ਲੱਗ ਪਿਆ। ਮਿੱਤਰ ਸੈਨ ਗੋਇਲ ਜੀ ਨੇ ਲਾਅ ਦੀਆਂ ਕਿਤਾਬਾਂ ਵਿੱਚ ਤੁਹਾਨੂੰ ਐਜ ਏ ਸਹਾਇਕ ਲੇਖਕ ਦੇ ਤੌਰ ਤੇ ਦਰਜ ਕੀਤਾ। ਲਾਅ ਹੈ, ਉਹਦੀ ਜਾਣਕਾਰੀ ਜ਼ਿਆਦਾ ਨਹੀਂ ਹੈ, ਫਿਰ ਵੀ ਤੁਹਾਨੂੰ ਉਹਨਾਂ ਨੇ ਸਹਾਇਕ ਲੇਖਕ ਦੇ ਤੌਰ ਤੇ ਦਰਜ ਕੀਤਾ। ਇਸ ਪਿੱਛੇ ਕੀ ਕਾਰਨ? ਕਿਉਂਕਿ ਮੈਨੂੰ ਲਾਅ ਦੀਆਂ ਕਿਤਾਬਾਂ ਦੀ ਡਿਕਟੇਸ਼ਨ ਦਿੰਦੇ ਸਨ ਅਤੇ ਮੈਂ ਟਾਈਪ ਕਰਦੀ ਸੀ, ਜਿਸ ਨਾਲ ਬਹੁਤ ਮਿਹਨਤ ਲੱਗਦੀ ਸੀ। ਮੇਰੀ ਮਿਹਨਤ ਤੇ ਲਗਨ ਨੂੰ ਦੇਖਦੇ ਹੋਏ ਉਹਨਾਂ ਨੇ ਮੇਰਾ ਨਾਮ ਸਹਾਇਕ ਦੇ ਤੌਰ ਤੇ ਪਾਇਆ ਅਤੇ ਇਹ ਵੀ ਕਹਿੰਦੇ ਸਨ ਕਿ ਜੇ ਇਹ ਇੰਨੀ ਮਿਹਨਤ ਨਾਲ ਕੰਮ ਨਾ ਹੁੰਦਾ ਤਾਂ ਸ਼ਾਇਦ ਇਹ ਕਿਤਾਬਾਂ ਪੂਰੀਆਂ ਨਾ ਹੁੰਦੀਆਂ। ਤੁਸੀਂ ਇਸ ਗੱਲ ਤੇ ਕਿੰਨਾ ਕੁ ਫਖਰ ਮਹਿਸੂਸ ਕਰਦੇ ਹੋ ਜਾਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਕਿ ਤੁਹਾਡਾ ਨਾਂ ਇੱਕ ਬਹੁਤ ਹੀ ਪ੍ਰਸਿੱਧ ਲੇਖਕ ਦੇ ਨਾਂ ਨਾਲ ਦਰਜ ਹੈ? ਕਿਤਾਬਾਂ ਦੇ ਨਾਮ ਹਮੇਸ਼ਾ ਰਹਿੰਦੇ ਹਨ, ਇਹ ਤੇ ਨਾਮ ਹਮੇਸ਼ਾ ਵਾਸਤੇ ਰਹੇਗਾ। ਇੱਕ ਪ੍ਰਸਿੱਧ ਲੇਖਕ ਨਾਲ ਮੇਰਾ ਨਾਮ ਵੀ ਲਿਖਿਆ ਗਿਆ, ਇਸ ਨਾਲ ਮੈਨੂੰ ਬਹੁਤ ਮਾਣ ਹੈ। ਮਿੱਤਰ ਸੈਨ ਮੀਤ ਜਿੱਥੇ ਇੱਕ ਵਕੀਲ ਅਤੇ ਸਥਾਪਕ ਨਾਵਲਕਾਰ ਹੈ, ਉੱਥੇ ਇੱਕ ਸਫਲ ਉਦਯੋਗਪਤੀ ਪੁੱਤਰ ਦਾ ਪਿਤਾ ਵੀ ਹੈ। ਸਾਹਿਤਕ ਗਤੀਵਿਧੀਆਂ ਵਿੱਚੋਂ ਫੁਰਸਤ ਦੇ ਪਲ ਕੱਢ ਕੇ ਉਹ ਆਪਣੇ ਪੁੱਤਰ ਦੇ ਕਾਰੋਬਾਰ ਦੀ ਦੇਖ-ਰੇਖ ਵਿੱਚ ਉਸ ਦੀ ਸਹਾਇਤਾ ਵੀ ਕਰਦਾ ਹੈ। ਕੁਝ ਛੋਟੀਆਂ ਯਾਦਾਂ ਬਚਪਨ ਦੀਆਂ ਤੁਹਾਡੇ ਨਾਲ ਸ਼ੇਅਰ ਕਰਦਾ। ਜਦੋਂ ਅਸੀਂ ਛੋਟੇ ਹੁੰਦੇ ਸੀ, ਮੈਨੂੰ ਆਪਣਾ ਬਚਪਨ ਸ਼ਹਿਰ ਜਗਰਾਉਂ ਤੋਂ ਯਾਦ ਹੈ। ਉਹਨਾਂ ਦਾ ਕਚਹਿਰੀ ਤੋਂ ਆਉਣਾ, ਵਿਹੜੇ ਵਿੱਚ ਮੰਜੇ ਦੇ ਉੱਤੇ ਬੈਠਣਾ, ਇੱਕ ਛੋਟਾ ਜਿਹਾ ਰੇਡੀਓ ਔਨ ਕਰਨਾ ਤੇ ਸਾਨੂੰ ਉਹਦੇ ਵਿੱਚ ਖਬਰਾਂ ਸੁਣਾਉਣੀਆਂ। ਉਹ ਚੀਜ਼ਾਂ ਨਹੀਂ ਭੁੱਲਦੀਆਂ। ਇਤਵਾਰ ਦੇ ਦਿਨ ਲੋਈ ਦੀ ਬੁੱਕਲ ਦੇ ਵਿੱਚ ਬਿਠਾ ਕੇ ਚਿੱਤਰਹਾਰ ਦੇ ਗਾਣੇ ਸੁਣਾਣੇ, ਮਹਾਭਾਰਤ ਦਿਖਾਣੀ, ਮਹਾਭਾਰਤ ਦੀ ਹਰ ਲਾਈਨ ਨੂੰ ਸਮਝਾਣਾ, ਹਰ ਕਿਰਦਾਰ ਨੂੰ ਸਮਝਾਣਾ, ਧ੍ਰਿਤਰਾਸ਼ਟਰ ਨੂੰ ਸਮਝਾਣਾ, ਦ੍ਰੋਪਦੀ ਦੇ ਕਿਰਦਾਰ ਨੂੰ ਦੱਸਣਾ, ਯੁਧਿਸ਼ਟਰ ਨੂੰ ਸਮਝਾਣਾ, ਅਰਜੁਨ ਦੇ ਕਿਰਦਾਰ ਨੂੰ ਸਮਝਾਣਾ। ਹਰ ਛੋਟੀ ਚੀਜ਼ ਨੂੰ ਸਾਨੂੰ ਸਮਝਾਉਂਦੇ ਸੀ। ਉਸ ਟਾਈਮ ਸਾਨੂੰ ਕੁਝ ਨਹੀਂ ਪਤਾ ਸੀ ਵੀ ਉਹ ਸਾਨੂੰ ਕੀ ਦੱਸਣਾ ਚਾਹੁੰਦੇ ਨੇ। ਉਸ ਟਾਈਮ ਤੋਂ ਹੀ ਲੈ ਕੇ ਉਹ ਜ਼ਿੰਦਗੀ ਦੇ ਹਰ ਤਜਰਬੇ ਨੂੰ ਸਾਨੂੰ ਦੱਸਣਾ ਚਾਹੁੰਦੇ ਸੀ ਕਿ ਬੰਦਾ ਗਲਤ ਕਿੱਥੋਂ ਬਣਦਾ ਹੈ, ਉਹਦਾ ਗਲਤ ਬਣਨ ਦਾ ਕੀ ਕਾਰਨ ਹੈ। ਸਾਨੂੰ ਹਰ ਸਥਿਤੀ ਦੇ ਵਿੱਚ ਰਹਿਣਾ, ਕਿਤੇ ਤੰਗੀ ਨਹੀਂ ਮਹਿਸੂਸ ਹੋਣ ਦੇਣੀ,
ਸਭ ਕੁਝ ਹੁੰਦੇ ਵੀ ਇਹ ਕਹਿਣਾ ਕਿ ਆਪਣੇ ਆਉਣ ਵਾਲੇ ਟਾਈਮ ਲਈ ਆਪਾਂ ਨੂੰ ਹਰ ਚੀਜ਼ ਲਈ ਤਿਆਰ ਰਹਿਣਾ ਚਾਹੀਦਾ ਹੈ। ਇਹ ਸਾਰੀਆਂ ਚੀਜ਼ਾਂ ਮੈਂ ਉਹਨਾਂ ਤੋਂ ਸਿੱਖੀਆਂ। ਆਪਣੀ ਇੰਜੀਨੀਅਰਿੰਗ ਕਰਕੇ ਜਦ ਇੱਕ ਡਿਸੀਜਨ ਲੈਣਾ ਪਿਆ ਵੀ ਹੁਣ ਕੀ ਕਰੀਏ, ਉਹਨਾਂ ਨੇ ਕਿਹਾ ਤੂੰ ਮੇਰਾ ਇਕੱਲਾ ਮੁੰਡਾ ਹੈ, ਜਾਂ ਤਾਂ ਬਾਹਰ ਚਲੇ ਜਾ, ਲੇਕਿਨ ਮੇਰੀ ਇੱਕ ਇੱਛਾ ਹੈ ਕਿ ਤੂੰ ਇੱਥੇ ਹੀ ਕੋਈ ਆਪਣਾ ਵਪਾਰ ਸ਼ੁਰੂ ਕਰ। ਇੱਕ ਸਰਕਾਰੀ ਬੰਦੇ, ਸਰਕਾਰੀ ਮੁਲਾਜ਼ਮ ਦੇ ਮੁੰਡੇ ਨੂੰ ਵਪਾਰ ਸ਼ੁਰੂ ਕਰਨਾ ਬਹੁਤ ਹੀ ਔਖਾ ਹੈ। ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ ਵਪਾਰ ਕਰਨ ਲਾ ਕੋਈ ਖੇਡ ਨਹੀਂ। ਉਹਨਾਂ ਨੇ ਹੌਲੀ ਹੌਲੀ ਮੈਨੂੰ ਪਹਿਲਾਂ ਇੱਕ ਕਿਰਾਏ ਦਾ ਸ਼ੈੱਡ ਜਿਹਦੇ ਵਿੱਚ 2 ਪ੍ਰੈਸਾਂ ਲੱਗੀਆਂ ਸੀ, ਉੱਥੋਂ ਮੈਨੂੰ ਕੰਮ ਸ਼ੁਰੂ ਕਰਾਇਆ। ਮੈਂ ਰੋਜ਼ 60 ਕਿਲੋਮੀਟਰ ਮੋਟਰਸਾਈਕਲ ਤੇ ਗੇੜੇ ਦਿੰਦਾ, ਹਰ ਇੱਕ ਪਾਰਟੀ ਦੇ ਕੋਲ ਬੈਠ ਕੇ 2-2 ਘੰਟੇ ਉਹਨੂੰ ਮਿਲਣ ਦੀ ਵੇਟ ਕਰਦਾ। ਉਹਨਾਂ ਨੇ ਮੈਨੂੰ ਸਿਖਾਇਆ ਕਿ ਮੈਂ ਕਿਤੇ ਵੀ ਆਪਣੇ ਅਹੁਦੇ ਦੀ ਵਰਤੋਂ ਨਹੀਂ ਲੈਣੀ। ਜਿੱਥੇ ਤੂੰ ਜਾਣਾ ਹੈ, ਤੂੰ ਆਪਣੀ ਹਿੰਮਤ, ਆਪਣੇ ਹੌਸਲੇ ਨਾਲ ਕੰਮ ਲੈ ਕੇ ਆਣਾ ਹੈ। 1 ਸਾਲ ਦੇ ਅੰਦਰ ਅੰਦਰ ਉਹਨਾਂ ਨੇ ਮੈਨੂੰ ਇੰਨਾ ਹੌਸਲਾ ਦਿੱਤਾ, ਮੈਂ ਇੱਕ ਆਪਣੀ ਫੈਕਟਰੀ 1 ਸਾਲ ਦੇ ਅੰਦਰ ਅੰਦਰ ਲਗਾ ਲਿੱਤੀ। ਹੌਸਲਾ ਮੈਨੂੰ ਦਿੰਦੇ ਗਏ, ਕੰਮ ਮੈਂ ਕਰਦਾ ਗਿਆ, ਹੌਸਲਾ ਮੈਨੂੰ ਦਿੰਦੇ ਗਏ, ਕੰਮ ਮੈਂ ਕਰਦਾ ਗਿਆ। ਉਹਨਾਂ ਨੇ ਮੈਨੂੰ ਇੱਕੋ ਚੀਜ਼ ਕਹੀ ਕਿ ਮੈਂ ਤੇਰੇ ਨਾਲ ਹਾਂ, ਮੈਂ ਸਹੀ ਕੰਮ ਦੇ ਵਿੱਚ ਤੇਰੇ ਨਾਲ ਹਾਂ, ਲੇਕਿਨ ਗਲਤ ਕੰਮ ਦੇ ਵਿੱਚ ਕਿਤੇ ਵੀ ਤੇਰੇ ਨਾਲ ਮੈਂ ਨਹੀਂ ਖੜਾਂਗਾ। ਤੇਰਾ ਵਪਾਰ ਤੇਰੇ ਲਈ ਹੈ, ਮੇਰੇ ਅਹੁਦੇ ਦਾ ਕਿਤੇ ਕੋਈ ਫਾਇਦਾ ਨਹੀਂ ਚੱਕਣਾ। ਦੂਜੇ ਸਾਲ, ਤੀਜੇ ਸਾਲ ਮੈਨੂੰ ਇੱਕ ਹੋਰ ਫੈਕਟਰੀ ਦੀ ਪ੍ਰਾਪਤੀ ਹੋਈ। ਅੱਜ ਮੈਂ 2 ਫੈਕਟਰੀਆਂ ਦਾ ਮਾਲਕ ਹਾਂ ਤੇ ਭਰੀ ਪੂਰਤੀ ਆਪਣੀ ਫੈਕਟਰੀ ਚਲਾ ਰਿਹਾ ਹਾਂ। ਇਹ ਫੈਕਟਰੀ ਮੈਂ ਕਿਤੇ ਵੀ ਖੜਾ ਨਾ ਕਰ ਪਾਉਂਦਾ ਜੇ ਉਹਨਾਂ ਦੇ ਅਸੂਲ ਮੇਰੇ ਨਾਲ ਨਾ ਹੁੰਦੇ। ਇਹ ਜੋ ਵੀ ਮੈਂ ਅੱਜ ਹਾਂ, ਇਹ ਉਹਨਾਂ ਦੀ ਹੀ ਬਦੌਲਤ ਹਾਂ। ਮੇਰੇ ਫਾਦਰ ਸ਼੍ਰੀ ਮਿੱਤਰ ਸਿੰਘ ਜੀ ਦੀ ਇੱਕ ਸਭ ਤੋਂ ਵੱਡੀ ਖਾਸੀਅਤ, ਬਾਕੀ ਖਾਸੀਅਤ ਤੁਸੀਂ ਪਤਾ ਹੀ ਹੈ ਕਿ ਉਹ ਸਾਹਿਤ ਦੇ ਵਿੱਚ ਆਪਣਾ ਇੱਕ ਖਾਸ ਮਕਾਮ ਪਾ ਚੁੱਕੇ ਨੇ। ਵਕਾਲਤ ਦੇ ਵਿੱਚ 20 ਸਾਲ ਉਹਨਾਂ ਨੇ ਇੱਕੋ ਹੀ ਸ਼ਹਿਰ ਦੇ ਵਿੱਚ ਰਹਿ ਕੇ ਇਹ ਦਿਖਾ ਦਿੱਤਾ ਕਿ ਉਹ ਕਿਸੇ ਤੋਂ ਘੱਟ ਨਹੀਂ। ਪਰਿਵਾਰ ਨੂੰ ਕਿਵੇਂ ਰੱਖਣਾ ਹੈ, ਕਿਵੇਂ ਪਾਲਣਾ ਹੈ, ਗਰੀਬੀ ਦੇ ਵਿੱਚ, ਸ਼ੋਹਰਤ ਦੇ ਵਿੱਚ, ਸਭ ਕੁਝ ਹੁੰਦੇ ਹੋਏ ਵੀ, ਸਭ ਕੁਝ ਸਮਾਨ ਰੱਖਦੇ ਹੋਏ ਕਿਵੇਂ ਰਹਿਣਾ ਹੈ, ਉਹਨਾਂ ਨੇ ਮੈਨੂੰ ਸਿਖਾਇਆ। ਜੇ ਹੈ ਤਾਂ ਉਹਨੂੰ ਅੱਗੇ ਕਿਵੇਂ ਲੈ ਕੇ ਜਾਣਾ ਹੈ, ਅੱਗੇ ਵੱਧ ਕੇ ਉਹਨੂੰ ਕਿਵੇਂ ਬੈਲੈਂਸ ਕਰਕੇ ਚੱਲਣਾ ਹੈ। ਇਹ ਮੈਂ ਜੋ ਵੀ ਸਿੱਖਿਆ ਹੈ, ਇਹ ਉਹਨਾਂ ਤੋਂ ਹੀ ਸਿੱਖਿਆ ਹੈ। ਉਹਨਾਂ ਤੋਂ ਬਿਨਾਂ ਨਾ ਮੇਰਾ ਕੋਈ ਵਜੂਦ ਸੀ ਤੇ ਨਾ ਕੋਈ ਰਹੇਗਾ। ਨਰੂਲਾ ਅਵਾਰਡ, ਸ਼ਬਦ ਪੁਰਸਕਾਰ, ਨਾਨਕ ਸਿੰਘ ਗਲ ਪੁਰਸਕਾਰ, ਪੰਜਾਬ ਲੋਕ ਸੱਭਿਆਚਾਰ ਮੰਚ ਵੱਲੋਂ ਬੈਸਟ ਨਾਵਲ ਅਵਾਰਡ ਆਦਿ ਵਰਣਨਯੋਗ ਹਨ।